की करता है, चलाता है, टकराता है, पानिया च पानी मार के बिजली नूं पैदा करता है। हालेलुया। और वो बिजली जिथे डिगदी आ फना करके रखता है। हालेलुया। तो धन्नवाद। तो विचार कर रहे हैं सबके बच्चों से कि जदों कोई इंसान परमेश्वर वाल मुड़दा आ ते की हुंदा, पिता वालों की हुंदा आ और पुत्र वालों की हुंदा आ। इस गल ते आपां मनन कर रहे सी। जदों कोई इंसान परमेश्वर वाल मुड़दा है। हाँ जी मैडम जी बोलिए। ये छोटे ਜਿਹੇ स्टैप ਸੀਗੇ, ਤੁਸੀਂ याद कर सकते हैं इन्होंने मूल जवानी और फिर अपने भैन भरावां च रिश्तेदारां साकां च इन्हां नूं शो कर सकते भाई असल विच रब दे वल मुड़न दे नाल आह घटना वापरदी आ। जे ये घटना नहीं वापरी तो समझ लो जे तू रब वल मुड़िया नहीं उदां ही कही जाना कि अपने मते दे रब वल मुड़िया, जेहड़े रब ने तेनों साजिया उहदे वाले जे तू मुड़िया नहीं, क्योंकि वो मुड़ूगा तो उहदा सुभाਅ तेरे विचों। हालेलुया हालेलुया। हुण अपने घड़े होए जदों रब्बां दे वल मुड़दे आ ते ओह सुभाਅ है, क्योंकि मैं घड़िया ते मेरे सुभाਅ दे चोण ते वो मेरे सुभाਅ ने ਉਹਦੇ ਵਿੱਚ ਆ ਕੇ ਵਾਪਸ ਮੈਨੂੰ ਫਿਰ ਪਾਵਰ ਦੇਣੀ ਆ। ਉਸ ਸ਼ਕਤੀ ਨੇ, ਜਿਸ ਸ਼ਕਤੀ ਨੇ ਮੈਨੂੰ ਦੇਖ ਲਿਆ ਕਿ ਇਹਦਾ ਆਪਣੇ ਪਰਮੇਸ਼ਰ ਤੇ ਭਰੋਸਾ ਨਹੀਂ, ਜਿਹੜਾ ਸ੍ਰਿਸ਼ਟੀ ਕਰਤਾ ਹੈ ਇਹਦਾ ਆਪਣੇ ਬਣਾਏ ਹੋਏ ਪਰਮੇਸ਼ਰ ਤੇ ਭਰੋਸਾ ਹੈ। ਉਸ ਪਰਮੇਸ਼ਰ ਵਿੱਚ ਮੈਂ ਆਪਣੀ ਸ਼ਕਤੀ ਭੇਜੂੰਗਾ ਤੇ ਇਹਦੀ ਮਨੋਕਾਮਨਾ ਪੂਰੀ ਕਰੂੰਗਾ, ਪਰ ਇਹਦੀਆਂ ਆਦਤਾਂ ਸੁਧਰਨਗੀਆਂ ਨਹੀਂ। ਹਾਲੇਲੂਇਆ ਹਾਲੇਲੂਇਆ। बोलिए आज आप सिर्फ 10 से 2 पॉइंट फिर आप आगे 2 सीखना। परमेश्वर की कृपा तक पहुंच। हाँ जदों कोई मुड़दा है की हुंदा आ, जदों कोई प्रभु वाल मुड़दा है तो की हुंदा आ, परमेश्वर की कृपा तक की होंदी आ पहुंच हो जाती है। कृपा तक पहुंच हो गई ते तुहानू फिर हुण निढाल होण दी लोड़ नहीं, क्योंकि जिहड़ी चीज तुसीं लायक नहीं तुहानू मिल जाणी। हालेलुया हालेलुया। कृपा तक पहुंचदा ये मतलब है। इसलिए पौलुस कहंदा आ प्रभु विच मैं जो चाहां कर सकदा है। हालेलुया। क्योंकि मेरी पहुंच कित्थों तक होगी? परमेश्वर दी कृपा तक। हाँ परमेश्वर की संतान बन जाने। परमेश्वर दी संतान बन जाने, परमेश्वर दे वारिस बन। परमेश्वर दे वारिस बन जाने, परमेश्वर द्वारा चुने जाने। परमेश्वर द्वारा चुने जाने, स्वर्ग दे नागरिक बन जाने, नवी सृष्टि बन जाने, परमेश्वर दे दास बन जाने, परमेश्वर दे जाजक बन जाने, परमेश्वर नाल मेल हो जांदा, परमेश्वर द्वारा पवित्र किए जाते हैं। ये जो जदों कोई प्रभु वाल मुड़दा ते पिता परमेश्वर वालों उहदे जीवन च काम हुंदा। हुण पुत्र वालों कीता, पुत्र दे नाल संबंधित कीता है। ਅਸੀਂ ਉਸ ਦੇ ਪਿਆਰੇ ਵਿੱਚ ਸਵੀਕਾਰ हाँ ਕਰਦੇ पुत्र के द्वारा ਅਸੀਂ पिता ਨੂੰ ਕੀ ਕੀਤੇ ਜਾਂਦੇ? ਸੰਸਕਾਰ ਕੀਤੇ ਜਾਂਦੇ। ਮਸੀਹ ਦੇ ਸਰੀਰ ਵਿੱਚ ਮਸੀਹ ਦੇ ਸਰੀਰ ਵਿੱਚ ਸਾਡਾ ਬਪਤਿਸਮਾ ਹੁੰਦਾ ਆ, ਮਸੀਹ ਦੇ ਨਾਲ ਗੱਡੇ ਜਾਂਦੇ। ਮਸੀਹ ਦੇ ਨਾਲ ਅਸੀਂ ਗੱਡੇ ਜਾਂਦੇ ਆ। ਪਿਤਾ ਵੱਲੋਂ ਪੁੱਤਰ ਨੂੰ ਦਿੱਤਾ ਗਿਆ ਪ੍ਰੇਮ। ਪਿਤਾ ਵੱਲੋਂ ਪੁੱਤਰ ਨੂੰ ਦਿੱਤਾ ਗਿਆ ਸੀ ਇੱਕ ਤੋਹਫਾ ਆ। ਮਸੀਹ ਦੇ ਵਸੀਲੇ ਸਾਡੀ ਮੁਕਤੀ ਹੈ। ਮਸੀਹ ਦੇ ਵਸੀਲੇ ਨਾਲ ਸਾਡੀ ਮੁਕਤੀ ਹੁੰਦੀ ਆ। ਮਸੀਹ ਦੁਆਰਾ ਮਸੀਹ ਦੁਆਰਾ ਨਿਵਾਸ ਕਰਦੇ ਹਾਂ। ਨਿਵਾਸ ਕਰਦੇ ਆ ਅਸੀਂ ਪਰਮੇਸ਼ਰ ਵਿੱਚ। ਅਨੰਤ ਜੀਵਨ ਦਾ ਅਧਿਕਾਰ। ਅਨੰਤ ਜੀਵਨ ਦਾ ਸਾਡੇ ਕੋਲ ਅਧਿਕਾਰ ਆ ਜਾਂਦਾ। ਅਨੰਤ ਸ਼ਾਂਤੀ ਮਿਲ ਜਾਂਦੀ। ਪਰਮੇਸ਼ਰ ਦੇ ਮਿੱਤਰ ਬਣ ਜਾਂਦੇ। ਪਰਮੇਸ਼ਰ ਦੇ ਮਿੱਤਰ ਬਣ ਜਾਂਦੇ ਆ। ਸਵਰਗ ਵਿੱਚ ਸਾਡੇ ਨਾਮ ਲਿਖੇ ਜਾਂਦੇ। ਸਵਰਗ ਵਿੱਚ ਸਾਡੇ ਨਾਮ ਲਿਖੇ ਜਾਂਦੇ। ਮਸੀਹ ਦੁਆਰਾ ਸਵਰਗੀ ਸਥਾਨਾਂ ਵਿੱਚ ਬਿਠਾਏ ਜਾਂਦੇ ਹਨ। ਮਸੀਹ ਦੁਆਰਾ ਸਵਰਗੀ ਸਥਾਨਾਂ ਵਿੱਚ ਕੀ ਕੀਤੇ ਜਾਂਦੇ ਆ? ਬਿਠਾਏ ਜਾਂਦੇ ਆ। ਇੱਕ ਧਨ ਆਸ਼ਾ ਪ੍ਰਾਪਤ। ਇੱਕ ਧਨਾਸ਼ਾ ਕੀ ਕਰਦੇ ਆ? ਪ੍ਰਾਪਤ ਕਰਦੇ ਆ। ਇਸ ਵਚਨ ਨੂੰ ਤੁਸੀਂ ਲਿਖ ਲਿਆ ਸੀ ਦਾ ਹਿੰਟ, ਧਨਾਸ਼ਾ ਨੂੰ ਪ੍ਰਾਪਤ ਕਰਦੇ ਆ। ਹਾਂਜੀ ਆਪਾਂ ਲੋਭੀ ਵੀ ਦੁਆਰਾ ਧਨਾਸ਼ਾ ਤੋਂ ਤਿਤੁਸ 2 ਦੇ 13 ਆਏ। ਇਹ ਸਭ ਕੁਝ ਘਟਨਾ ਹੁੰਦੀ ਆ ਸਾਡੇ ਜੀਵਨ ਚ ਪ੍ਰਭੂ ਯਿਸੂ ਮਸੀਹ ਵੱਲੋਂ, ਇੱਕ ਪਿਤਾ ਵੱਲੋਂ, ਇੱਕ ਪੁੱਤਰ ਵੱਲੋਂ। ਅੱਗੇ ਜਾ ਕੇ ਦੇਖਾਂਗੇ ਪਵਿੱਤਰ ਆਤਮਾ ਵੱਲੋਂ। ਅਤੇ ਉਸ ਸ਼ੁਭ ਆਸ ਦੀ ਅਤੇ ਆਪਣੇ ਮਹਾ ਪਰਮੇਸ਼ਵਰ ਅਤੇ ਮੁਕਤੀ ਦਾਤਾ ਯਿਸੂ ਮਸੀਹ ਦੇ ਤੇਜ ਦੇ ਪ੍ਰਗਟ ਹੋਣ ਦੀ ਉਡੀਕ ਰੱਖੀਏ। ਹਾਂ ਉਹਦੇ ਤੇਜ ਦੇ ਪ੍ਰਗਟ ਹੋਣ ਦੀ ਕੀ ਰੱਖੀਏ ਭਲਾ? ਉਡੀਕ। ਇੱਕ ਦਿਨ ਉਹਦਾ ਤੇਜ ਕੀ ਹੋਣ ਵਾਲਾ ਆ? ਤੇਜ ਪ੍ਰਗਟ ਹੋਣ ਤੋਂ ਭਾਵ ਕੀ ਆ? ਕਿ ਪ੍ਰਭੂ ਯਿਸੂ ਮਸੀਹ ਨੇ ਆਪਣੀ ਕਲੀਸਿਆ ਨੂੰ ਕੀ ਕਰ ਲੈਣਾ ਆ? ਲੈ ਜਾਣਾ। ਦੁਲਹਨ ਕੀ ਹੋ ਜਾਣੀ ਆ? ਉਠਾ ਲੈ ਜਾਣੀ। ਜਿਨ੍ਹਾਂ ਨੇ ਪਵਿੱਤਰ ਆਤਮਾ ਪਾ ਲਿਆ, ਜਿਨ੍ਹਾਂ ਵਿੱਚ ਪਵਿੱਤਰ ਆਤਮਾ ਦਾ ਵਾਸ ਹੋ ਗਿਆ ਔਰ ਆਪਣੀ ਮੁਕਤੀ ਦਾ ਕੰਮ ਪੂਰਾ ਕਰ ਲਿਆ ਆ, ਉਹ ਸਾਰੇ ਪਵਿੱਤਰ ਆਤਮਾ ਨੇ ਕੀ ਕਰਨੇ ਆ? ਉਠਾ ਕੇ ਕਿੱਥੋਂ ਤੱਕ ਲੈ ਜਾਣੇ ਆ? ਬੱਦਲਾਂ ਤੱਕ। ਬੱਦਲਾਂ ਤੱਕ ਪ੍ਰਭੂ ਯਿਸੂ ਮਸੀਹ ਨੇ ਆਉਣਾ ਆ ਉਤੋਂ ਪਿਤਾ ਦੇ ਕੋਲ। ਪਿਤਾ ਦੇ ਸਿੰਘਾਸਨ ਤੋਂ ਤੀਸਰੇ ਸਵਰ ਤੋਂ ਪ੍ਰਭੂ ਨੇ ਕਿੱਥੋਂ ਤੱਕ ਆਉਣਾ ਆ? ਬੱਦਲਾਂ ਤੱਕ। ਪਵਿੱਤਰ ਆਤਮਾ ਨੇ ਸਾਨੂੰ ਕਿੱਥੋਂ ਤੱਕ ਲੈ ਕੇ ਜਾਣਾ ਆ? ਹਾਲੇਲੂਇਆ।
ਸਾਡਾ ਪੈਲਸ ਕਿੱਥੇ ਆ ਜਿੱਥੇ ਇਕੱਠੇ ਹੋਣਾ? ਬੱਦਲਾਂ 'ਚ ਆ। ਹਾਲੇਲੂਇਆ ਹਾਲੇਲੂਇਆ। ਉਸ ਜਗ੍ਹਾ ਤੇ ਵੀ ਸਾਨੂੰ ਕੀ ਹੋ ਜਾਊਗਾ? ਇੱਕ ਜਸ਼ਨ ਮਨਾਇਆ ਜਾਊਗਾ 7 ਸਾਲ ਵਾਸਤੇ। ਕਿੰਨੇ ਸਾਲ ਵਾਸਤੇ? 7 ਸਾਲ ਵਾਸਤੇ ਇੱਕ ਜਸ਼ਨ ਹੋਊਗਾ। ਇੱਕ ਜਿਹੜਾ ਵਿਆਹ ਦੀ ਪਾਰਟੀ ਹੁੰਦੀ ਆ ਜਿਸ ਪ੍ਰਕਾਰ ਹੋਊਗੀ। ਦੁਨੀਆ 'ਚ ਕੋਈ ਪਾਰਟੀ 7 ਸਾਲ ਚੱਲੀ, ਦੁਨੀਆ 'ਚ ਕੋਈ ਦੁਲਹਨ 2000 ਸਾਲ ਤਿਆਰ ਹੋਈ ਨਹੀਂ। ਹਾਲੇਲੂਇਆ। ਇਹ ਕਿਹਦੀ ਹੈ ਭਲਾ? ਹਾਂ, ਇਹ ਕਿਹਨਾਂ ਨੂੰ ਸੁਭਾਗੇ ਮਿਲਿਆ? ਜਿਹੜੇ ਪ੍ਰਭੂ ਵੱਲ ਕੀ ਹੁੰਦੇ ਆ? ਹਾਲੇਲੂਇਆ ਹਾਲੇਲੂਇਆ। ਇੰਨੀ ਮਿਹਨਤ ਦੇ ਨਾਲ ਤਿਆਰ ਕੀਤੇ ਜਾ ਰਹੇ। ਹਾਲੇਲੂਇਆ। ਔਰ ਉਹ ਜਗ੍ਹਾ ਤੇ ਫਿਰ ਜਦੋਂ 7 ਸਾਲ ਉੱਪਰ ਰਹਿਣਾ ਹੈ, ਸਾਨੂੰ ਸਾਡੇ ਕੰਮਾਂ ਦਾ ਕੀ ਮਿਲਣਾ ਆ? ਪ੍ਰਤੀਫਲ ਮਿਲਣਾ, ਮੁਕਟ ਮਿਲਣੇ ਆ। ਹਾਲੇਲੂਇਆ। ਵਾਹ ਵਾਹ ਹੋਣੀ ਆ, ਤਾਰੀਫ ਹੋਣੀ ਆ। ਹਾਲੇਲੂਇਆ। ਪ੍ਰਭੂ ਦੇ ਜਲਾਲ ਨੂੰ ਅਸੀਂ ਕੀ ਕਰਨਾ ਆ? ਪਹਿਨਣਾ ਆ। ਪਰ ਧਰਤੀ ਤੇ ਜਿਹੜੇ ਦੋਗਲੇ ਬਚ ਜਾਣੇ, ਜਿਹੜੇ ਹੁਣ ਆਪਾਂ ਧਿਆਨ ਨਹੀਂ ਨਾ ਦਿੰਦੇ। ਹੁਣ ਸਾਡਾ ਧਿਆਨ ਸਿਰਫ ਸਾਡਾ ਕੰਮ ਧੰਦਾ ਠੀਕ ਹੋ ਜਾਵੇ, ਸਾਡੀ ਸਿਹਤ ਠੀਕ ਹੋ ਜਾਵੇ, ਸਾਡਾ ਫਲਾਣਾ ਹੋ ਜਾਵੇ, ਫਲਾਣਾ ਹੋ ਜਾਵੇ, ਇਹਦੇ 'ਚ ਹੀ ਰੱਖਿਆ ਆ। ਤੇ ਉਹਦੀ ਆਦਤ ਨੂੰ, ਉਹਦੇ ਨਾਲ ਸੰਬੰਧ ਬਣਾਉਣਾ ਨਹੀਂ ਚਾਹੁੰਦੇ ਤੇ ਕੀ ਹੋ ਜਾਣੇ ਆ? ਉਹ ਥੱਲੇ ਰਹਿ ਜਾਣੇ। ਮਸੀਹੀ ਵੀ, ਮਸੀਹ ਨੂੰ ਮੰਨਣ ਵਾਲੇ ਵੀ, ਤੌਬਾ ਕੀਤੇ ਵੀ, ਬਪਤਿਸਮਾ ਲਏ ਹੋਏ ਵੀ ਕਿੱਥੇ ਰਹਿ ਜਾਣੇ ਆ? ਥੱਲੇ ਰਹਿ ਜਾਣੇ ਆ। ਕਾਰਨ ਕੀ ਹੈ? ਕਿ ਉਹਨਾਂ ਨੇ ਆਪਣੇ ਆਪ ਨੂੰ ਤਿਆਰ ਕੀਤਾ ਨਹੀਂ। ਉਹ ਥੱਲੇ ਰਹਿ ਜਾਣੇ। ਉਹ ਦੋਗਲੇ ਮਿਸਰੀਆਂ 'ਚ ਚਲੇ ਜਾਣੇ ਆ। ਫਿਰ ਜਿਹੜਾ ਸੰਸਾਰ ਬਾਕੀ ਇੱਥੇ ਬਚ ਜਾਣਾ ਹੈ। ਇਹਨਾਂ ਨੇ ਕੀ ਭੋਗਣਾ ਆ? ਕਲੇਸ਼ ਭੋਗਣਾ। ਕੀ ਭੋਗਣਾ ਜੀ? ਕਲੇਸ਼ ਭੋਗਣਾ। ਇਹਨਾਂ ਦੇ ਉੱਤੇ ਕਲੇਸ਼ ਹੋਣਾ ਆ। ਫਿਰ ਕਟੋਰੇ ਪਰਮੇਸ਼ਰ ਦੇ ਉਲੱਦੇ ਜਾਣੇ ਆ। ਹਾਲੇਲੂਇਆ ਹਾਲੇਲੂਇਆ। ਸੋ ਉਹ ਜਿਹੜੇ ਕਟੋਰੇ ਉਲੱਦੇ ਜਾਣੇ ਆ, ਥੱਲੇ 7 ਸਾਲ ਬਵਾ ਪੈਣੀਆਂ ਆ। ਜਿਹੜਾ ਮਸੀਹ ਵਿਰੋਧੀ ਆ, ਉਹਨੇ ਅੱਧ ਦੇ ਵਿੱਚ ਜਾ ਕੇ ਪ੍ਰਗਟ ਹੀ ਹੋ ਜਾਣਾ ਆ। ਪਹਿਲਾਂ ਉਹਨੇ ਸਤਾਉਣਾ ਆ, ਸ਼ਾਂਤੀ ਦੀ ਵਾਚਾ ਬਣਨੀ ਆ, ਪਰ ਬਾਅਦ ਚ ਉਹਨੇ ਫਿਰ ਆਪਣਾ ਪ੍ਰੋਗਰਾਮ ਦੂਸਰਾ ਸ਼ੁਰੂ ਕਰ ਦੇਣਾ। ਹਾਲੇਲੂਇਆ। ਉਸ ਤੋਂ ਬਾਅਦ 7 ਸਾਲ ਪੂਰੇ ਹੋਣ ਤੇ ਯਿਸੂ ਮਸੀਹ ਨੇ ਦੁਲਹਨ ਦੇ ਨਾਲ, ਸੰਤਾਂ ਦੇ ਨਾਲ ਵਾਪਸ ਧਰਤੀ ਤੇ ਆਉਣਾ। ਹਾਲੇਲੂਇਆ। ਇਹਦੇ ਲਈ ਕੁਝ ਲੋਕਾਂ ਨੇ ਇਦਾਂ ਦਾ ਪ੍ਰੋਗਰਾਮ ਬਣਾ ਕੇ ਰੱਖਿਆ ਆ ਕਿ ਜਿਹੜਾ ਰੈਪਚਰ ਆ ਨਾ, ਉਹ ਕਲੇਸ਼ ਕਾਲ ਤੋਂ ਕੀ ਹੋਣਾ ਹੈ ਭਲਾ? ਪਹਿਲਾਂ ਬਾਅਦ ਵਿੱਚ ਹੋਣਾ। ਪਹਿਲਾਂ ਕਲੇਸ਼ ਕਾਲ ਹੋਣਾ ਹੈ। ਹਾਲੇਲੂਇਆ। ਪਰ ਕਲੇਸ਼ ਕਾਲ ਪਹਿਲਾਂ ਨਹੀਂ, ਕਲੇਸ਼ ਕਾਲ ਬਾਅਦ ਵਿੱਚ ਆ, ਕਿਉਂਕਿ ਯਿਸੂ ਮਸੀਹ ਨੇ ਸੰਤਾਂ ਦੇ ਨਾਲ ਆਉਣਾ। ਤੇ ਜੇ ਕਲੇਸ਼ ਕਾਲ ਹੀ ਬਾਅਦ ਵਿੱਚ ਹੈ ਤੇ ਸੰਤਾਂ ਨਾਲ ਆਉਣ ਦਾ ਕੀ ਮਤਲਬ? ਉਹ ਤਾਂ ਫਿਰ ਇਕੱਲਾ ਹੀ ਆਊਗਾ ਤੇ ਧਰਤੀ ਤੇ ਕੀ ਕਰੂਗਾ? ਰਾਜ ਕਰੂਗਾ ਦੁਲਹਨ ਨੂੰ ਲੈ ਕੇ। ਉਹਨੇ ਕਿਹਦੇ ਨਾਲ ਵਾਪਸ ਆਉਣਾ ਆ? ਸੰਤਾਂ ਦੇ ਨਾਲ, ਦੁਲਹਨ ਦੇ ਨਾਲ, ਜਿਹਨਾਂ ਦੇ ਨਾਲ ਆ ਕੇ ਉਹਨੇ ਧਰਤੀ ਤੇ ਕੀ ਕਰਨਾ ਆ? ਹਾਲੇਲੂਇਆ। ਇਸ ਲਈ ਅਲਮਾਸ ਜੇਕਬ ਕਰਕੇ ਇੱਕ ਲੜਕਾ ਆ, ਪਾਕਿਸਤਾਨ ਤੋਂ ਆ। ਉਹ ਥੋੜਾ ਬੁੱਧੀ ਦੇ ਪ੍ਰਕਾਸ਼ ਉਹਦੇ ਕੋਲ ਬਹੁਤ ਜ਼ਿਆਦਾ ਆ, ਆਪਣੀ ਬੁੱਧੀ ਨੂੰ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਆ। ਪਰਮੇਸ਼ਰ ਦੇ ਪ੍ਰਕਾਸ਼ਨ ਵੱਲ ਧਿਆਨ ਨਹੀਂ ਕਰਦਾ, ਸਿਰਫ ਐਤਾਂ ਨੂੰ ਲੈ ਕੇ ਤੇ ਉਹਨਾਂ ਨੂੰ ਉੱਥੇ ਕੀ ਰੱਖ ਕੇ ਤੇ ਉਹਨੇ ਕੋਨੇ ਗੱਲ ਨੂੰ ਕਰੀ ਜਾਂਦਾ ਹੈ। ਉਹਦਾ ਪ੍ਰਕਾਸ਼ ਨੂੰ ਪਾਇਆ ਨਹੀਂ ਤੇ ਉਹ ਇਹਨੂੰ ਰੱਦੀ ਜਾ ਰਿਹਾ ਇਸ ਗੱਲ ਨੂੰ। ਇਸ ਲਈ ਏਦਾਂ ਦੀਆਂ ਗੱਲਾਂ ਦੇ ਵਿੱਚ ਕਿਸੇ ਨੂੰ ਆਉਣ ਦੀ ਲੋੜ ਨਹੀਂ। ਹਾਲੇਲੂਇਆ। ਯਿਸੂ ਮਸੀਹ ਨੇ ਜਿਹੜੀ ਦੁਲਹਨ ਨੇ ਆਉਣਾ, ਦੁਲਹਨ ਪਹਿਲਾਂ ਚੱਕ ਲਈ ਜਾਣੀ, ਫੇਰ ਹੀ ਦੁਲਹਨ ਨਾਲ ਵਾਪਸ ਆਊਗਾ। ਉਦਾਂ ਕਿਤੇ ਯਿਸੂ ਮਸੀਹ ਆ ਸਕਦਾ ਵਾਪਸ? ਦੇਖਿਆ ਕਿ ਸੰਤਾਂ ਸਮੇਤ ਕੀ ਕਹੂਗਾ? ਉਹ ਆਊਗਾ। ਤੇ ਸੰਤ ਜਾਣਗੇ ਤਾਂ ਸੰਤਾਂ ਦੇ ਨਾਲ ਆਊਗਾ। ਹਾਲੇਲੂਇਆ। ਸੋ ਉਹ ਗੱਲ ਆਪਾਂ ਬਾਅਦ ਦੇਖਾਂਗੇ। ਪਹਿਲਾਂ ਇਹਨੂੰ ਦੇਖੋ ਕਿ ਸਾਡੇ ਕੋਲ ਇੱਕ ਤਾਨਾਸ਼ਾ ਆ, ਮਸੀਹ ਦਾ ਤੇਜ ਕੀ ਹੋਣ ਵਾਲਾ ਹੈ? ਪ੍ਰਕਾਸ਼ ਹੋਣ ਵਾਲਾ। ਅਸੀਂ ਉਹਦੀ ਆਸ਼ਾ ਰੱਖਦੇ ਹਾਂ। ਸੋ ਜਿਨ੍ਹਾਂ ਨੇ ਮਸੀਹ ਤੇ ਵਿਸ਼ਵਾਸ ਕਰ ਲਿਆ, ਜਿਨ੍ਹਾਂ ਦੀ ਆਤਮਾ 'ਚ ਪ੍ਰਮਾਤਮਾ ਦਾ ਆਤਮਾ ਆ ਗਿਆ ਆ, ਉਹਨਾਂ ਦਾ ਮਨ ਹੁਣ ਹਮੇਸ਼ਾ ਕਾਹਦੇ ਵਾਸਤੇ ਆ? ਸਰੀਰਕ ਤੌਰ ਤੇ ਸਰੀਰ ਦੀ ਜ਼ਰੂਰਤ ਉਹਨਾਂ ਦੀ ਪ੍ਰਭੂ ਪੂਰਾ ਕਰੀ ਜਾਂਦਾ, ਉਹਨਾਂ ਨੇ ਬਿਨਾਂ ਮੰਗਿਆ ਉਹਨਾਂ ਨੂੰ ਦੇ ਹੀ ਜਾਂਦਾ ਹੈ ਲੋੜ ਅਨੁਸਾਰ। ਹਾਲੇਲੂਇਆ। ਪਰ ਉਹਨਾਂ ਨੂੰ ਇਸ ਟਾਈਮ ਚਿੰਤਾ ਸਿਰਫ ਔਰ ਸਿਰਫ ਕਾਹਦੀ ਆ? ਕਿ ਜਿੱਦਾਂ ਹੀ ਮੇਰੇ ਮਸੀਹ ਦਾ ਤੇਜ, ਜਲਾਲ, ਰੌਸ਼ਨੀ ਦੇ ਵਿੱਚ ਉਹ ਪ੍ਰਗਟ ਹੋਵੇ ਤੇ ਮੈਂ ਕੀ ਹੋ ਜਾਵਾਂ? ਇਹ ਜਗ੍ਹਾ ਤੋਂ ਚੱਕ ਲਿਆ ਜਾਵਾਂ। ਇਹ ਆ ਸਾਨੂੰ ਤਾਨਾਸ਼ਾ ਮਿਲ ਜਾਂਦੀ, ਪਰ ਇਹ ਕਿਹਦੇ ਵਸੀਲੇ ਨਾਲ ਮਿਲਦੀ ਆ? ਯਿਸੂ ਮਸੀਹ ਦੇ। ਆ ਜਾਓ ਪ੍ਰਕਾਸ਼ਨ 20 ਵੀ ਪੜ੍ਹ ਲਓ। 22 ਜਿਹੜਾ ਇਹਨਾਂ ਗੱਲਾਂ ਦੀ ਸਾਖੀ ਦਿੰਦਾ ਹੈ, ਹਾਂ, ਉਹ ਆਖਦਾ ਹੈ ਭਈ ਹਾਂ, ਮੈਂ ਛੇਤੀ ਆਉਂਦਾ ਹਾਂ। ਆਮੀਨ। ਆਮੀਨ। ਇਹ ਪ੍ਰਭੂ ਯਿਸੂ ਆਓ। ਹਾਂ। ਹਾਲੇਲੂਇਆ। ਸੋ ਅਸੀਂ ਪ੍ਰਭੂ ਯਿਸੂ ਮਸੀਹ ਦੇ ਆਉਣ ਦੀ ਆਸ਼ਾ ਲਗਾਏ। ਸਾਡੀ ਜਿਹੜੀ ਧਨ ਆਸ਼ਾ ਆ ਯਿਸੂ ਮਸੀਹ ਦੇ ਪ੍ਰਗਟ ਹੋਣ ਦੀ ਤੇ ਆਉਣ ਦੀ ਆਸ਼ਾ ਰੱਖੀ। ਹਾਲੇਲੂਇਆ। ਉਹ ਆਏ ਤੇ ਸਾਨੂੰ ਕੀ ਕਰ ਦੇਵੇ? ਲੈ ਕੇ ਜਾਵੇ। ਸੋ ਆਜੋ ਅਗਲੀ ਗੱਲ, ਤ੍ਰਿਏਕਤਾ ਵਿੱਚ ਸਹਿਭਾਗੀ ਹੁੰਦੇ ਹਾਂ। ਕੌਣ ਭਲਾ? ਦਿਸ਼ਾ ਕੀ ਆ? ਵੱਲ ਨੂੰ ਮੁੜਦੇ ਆ, ਉਹ ਕਾਹਦੇ ਵਿੱਚ ਸਹਿਭਾਗੀ ਹੋ ਜਾਂਦੇ ਆ? ਤ੍ਰਿਏਕਤਾ। 11ਵਾਂ ਨੰਬਰ
ਹਾਂ ਦੇਖੋ 13 30 ਬਾਕੀ ਤੁਸੀਂ ਬਾਅਦ ਚ ਕਰ ਲਿਓ ਐਡਜਸਟ ਦੇਖ ਲਿਓ ਫਿਰ ਮੰਨ ਲਓ ਇਹ ਪੁੱਤਰ ਦੇ ਵੱਲੋਂ ਜਿਹੜਾ ਹੋਣ ਵਾਲੀਆਂ ਘਟਨਾਵਾਂ ਆ ਸਾਡੇ ਜੀਵਨ ਚ ਹੁੰਦੀਆਂ ਜਿਹੜਾ ਮੁੜਦਾ ਪ੍ਰਭੂ ਵੱਲ ਉਹ ਤ੍ਰਿਏਕਤਾ ਦੇ ਵਿੱਚ ਕੀ ਹੋ ਜਾਂਦਾ ਸਹਿਭਾਗੀ ਹੋ ਜਾਂਦਾ ਤ੍ਰਿਏਕਤਾ ਮਤਲਬ ਪਰਮੇਸ਼ਰ ਇੱਕ ਆ ਕਿੰਨੇ ਆ ਜੀ ਇੱਕ ਆ ਹਾਲੇਲੂਇਆ ਜਿਉਂਦਾ ਸੱਚਾ ਪਰਮੇਸ਼ਰ ਕਿੰਨੇ ਆ ਇੱਕ ਆ ਔਰ ਉਹਦੇ ਵਿਅਕਤੀਤਵ ਕਿੰਨੇ ਆ ਤਿੰਨ ਆ ਹਾਲੇਲੂਇਆ ਉਹ ਚ ਬਾਪ ਵੀ ਪਾਇਆ ਜਾਂਦਾ ਆ ਬੇਟਾ ਵੀ ਪਾਇਆ ਜਾਂਦਾ ਆ ਤੇ ਰੂਹ ਪਾਕ ਵੀ ਪਾਇਆ ਜਾਂਦਾ ਯਾਨੀ ਕਿ ਪਵਿੱਤਰ ਆਤਮਾ ਵੀ ਪਾਇਆ ਜਾਂਦਾ ਪਿਤਾ ਪਰਮੇਸ਼ਰ ਪੁੱਤਰ ਪਰਮੇਸ਼ਰ ਪਵਿੱਤਰ ਆਤਮਾ ਪਰਮੇਸ਼ਰ ਹਾਲੇਲੂਇਆ ਸੋ ਇਸ ਲਈ ਇਹ ਪਿਤਾ ਪਰਮੇਸ਼ਰ ਪੁੱਤਰ ਪਰਮੇਸ਼ਰ ਤੇ ਪਵਿੱਤਰ ਆਤਮਾ ਪਰਮੇਸ਼ਰ ਦੇ ਵਿੱਚ ਇੱਕ ਇਨਸਾਨ ਕੀ ਹੋ ਜਾਂਦਾ ਸਹਿਭਾਗੀ ਹੋ ਜਾਂਦਾ ਕਿੰਨਾ ਜ਼ਬਰਦਸਤ ਗੱਲ ਹਾਲੇਲੂਇਆ ਅਸੀਂ ਉਹਦੇ ਵਿੱਚ ਸਹਿਭਾਗੀ ਹੋ ਗਏ ਤੇ ਸਮਝ ਲਓ ਉਹ ਦੂਤ ਜਿਹੜੇ ਆਰਾਧਨਾ ਕਰਦੇ ਦਿਨ ਰਾਤ ਉਹਨਾਂ ਦੀ ਆਰਾਧਨਾ ਦੇ ਵਿੱਚ ਅਸੀਂ ਕੀ ਹੋ ਗਏ ਸਹਿਭਾਗੀ ਹੋ ਗਏ ਮਤਲਬ ਕਿ ਜਿਸ ਮੁਕਾਮ ਤੋਂ ਆਰਾਧਨਾ ਕਰ ਰਹੇ ਆ ਉਸ ਮੁਕਾਮ ਤੋਂ ਅਸੀਂ ਉੱਪਰ ਉੱਥੇ ਸਹਿਭਾਗੀ ਹੋ ਗਏ ਜਿੱਥੇ ਪਿਤਾ ਪਰਮੇਸ਼ਰ ਕੀ ਕਰਦਾ ਆ ਵਿਰਾਜਮਾਨ ਹਾਲੇਲੂਇਆ ਜਿਹੜੇ ਤਖਤ ਤੇ ਵਿਰਾਜਮਾਨ ਹੈ ਕਿ ਤਖਤ ਤੇ ਤੁਹਾਨੂੰ ਕੀ ਕਰੂੰਗਾ ਬਰਾਬਰ ਬਿਠਾਉਂਗਾ ਸੋ ਉਹ ਦੂਤ ਜਿਹੜੇ ਸਵਰਗ ਦੇ ਵਿੱਚ ਪਿਤਾ ਦੀ ਆਰਾਧਨਾ ਕਰਦੇ ਆ ਉਹ ਹੀ ਆਰਾਧਨਾ ਕਿਹਨਾਂ ਦੀ ਕਰਨਗੇ ਸਾਡੀ ਵੀ ਆਰਾਧਨਾ ਕਰਨਗੇ ਭੇਦ ਥੋੜਾ ਗਹਿਰਾ ਆ ਇਹਨੂੰ ਪਹੁੰਚਾਉਣਾ ਥੋੜਾ ਮੁਸ਼ਕਲ ਆ ਹਾਲੇਲੂਇਆ ਕੋਈ ਗੱਲ ਨਹੀਂ ਜਦੋਂ ਸਾਡੀ ਉਮਰ ਹੋ ਜੂਗੀ ਅਸੀਂ ਸਮਝਾਂਗੇ ਇਸ ਗੱਲ ਨੂੰ ਸੋ ਕਹਿਣ ਦਾ ਮਤਲਬ ਆ ਸਾਨੂੰ ਤ੍ਰਿਏਕਤਾ ਦੇ ਵਿੱਚ ਕੀ ਕਰ ਰਿਹਾ ਪ੍ਰਭੂ ਸਹਿਭਾਗੀ ਕਰ ਰਿਹਾ ਹੁਣ ਅਸੀਂ ਗੰਭੀਰ ਹੋ ਕੇ ਆਪਣੀ ਜ਼ਿੰਦਗੀ ਤੇ ਵਿਚਾਰ ਕਰੀਏ ਜਿਸ ਸਥਾਨ ਤੱਕ ਸਾਨੂੰ ਖੁਦਾ ਲੈ ਕੇ ਜਾ ਰਿਹਾ ਆ ਅਸੀਂ ਉਹਦੇ ਲਈ ਜੇਕਰ ਕੀਮਤ ਨਹੀਂ ਦੇ ਰਹੇ ਤੇ ਫਿਰ ਉਸ ਪਰਮੇਸ਼ਰ ਦਾ ਕ੍ਰੋਧ ਵੀ ਦੇਖਾਂਗੇ ਤੇ ਉਹ ਸ਼ਰਮਿੰਦਗੀ ਵਾਲੀ ਥਾਂ ਤੇ ਵੀ ਜਾਵਾਂਗੇ ਜਿਹੜੀ ਉਹਨਾਂ ਦੇ ਵਾਸਤੇ ਆ ਜਿਨ੍ਹਾਂ ਨੂੰ ਮੌਕਾ ਮਿਲਿਆ ਪਰ ਮੌਕੇ ਦਾ ਲਾਭ ਉਠਾਇਆ ਨਹੀਂ ਹਾਲੇਲੂਇਆ ਹਾਲੇਲੂਇਆ ਇਸ ਲਈ ਅਸੀਂ ਤਾਂ ਕਹਿੰਦੇ ਹਰ ਗੱਲ ਲਿਖੀ ਰਹੋ ਚੌਕਸ ਰਹੋ ਜੋ ਆਗਿਆ ਨਿਕਲਦੀ ਉਹ ਚ ਚੌਕਸ ਰਹੋ ਕਿਉਂਕਿ ਸ਼ੈਤਾਨ ਹਮੇਸ਼ਾ ਇਸੇ ਤਾਰ ਚ ਰਹਿੰਦਾ ਵੀ ਇਹ ਆਗਿਆ ਦੇ ਵਿੱਚ ਨਾ ਇਹਨੂੰ ਮਗਨ ਹੋਣ ਹੀ ਨਹੀਂ ਦੇਣਾ ਆਗਿਆ ਨੂੰ ਇਹਦੇ ਕੋਲ ਐਵੇਂ ਕਹਿਵੀ ਉਹ ਕੋਈ ਗੱਲ ਨਹੀਂ ਇਹਦਾ ਕਹਿ ਕੇ ਕਰਵਾ ਲੈਣਾ ਆਦਮ को भी कोई गल नहीं कह के करवा देती सी हालेलुया इसी तरीके ਨਾਲ ਉਹ ਹੀ ਸਾਡੇ ਤੋਂ ਕਰਵਾਉਂਦਾ ਹੈ ਕਿਉਂਕਿ ਜਿਹੜਾ ਸ਼ੈਤਾਨ ਆ ਉਹ ਯੁੱਗਾਂ ਤੋਂ ਤਜਰਬੇਕਾਰ ਹੈ ਉਹਨੂੰ ਤਜਰਬਾ ਆ ਕਿ ਇਹਨੂੰ ਕਿੱਦਾਂ ਸਿੱਟਣਾ ਵੱਡੇ ਵੱਡੇ ਸੰਤਾਂ ਨੂੰ ਉਹਨੇ ਕੀ ਕੀਤਾ ਆ ਸਿੱਟਿਆ ਹਾਲੇਲੂਇਆ ਆਦਮ ਨੂੰ ਪਰਮੇਸ਼ਰ ਦੇ ਨਾਲ ਰਹਿੰਦੇ ਨੂੰ ਸਿੱਟਿਆ ਉਹ ਤੋਂ ਪਹਿਲਾਂ ਲੂਸੀਫਰ ਜਿਹੜਾ ਸੀਗਾ ਤਖਤ ਤੇ ਛਾ ਜਾਂਦਾ ਸੀ ਸ਼ਾਨ ਵਾਲੇ ਤਖਤ ਤੇ ਲੂਸੀਫਰ ਨੂੰ ਵੀ ਕੀ ਕੀਤਾ ਉਹਨੇ ਸਿੱਟਿਆ ਹਾਲੇਲੂਇਆ ਸੋ ਬੜਾ ਤਜਰਬੇਕਾਰ ਹੈ ਆਦਮ ਜਿੰਨੀ ਨਜ਼ਦੀਕੀ ਸਾਡੀ ਕਿਸੇ ਦੀ ਰੱਬ ਦੇ ਨਾਲ ਨਹੀਂ ਲੂਸੀਫਰ ਜਿੰਨੀ ਨਜ਼ਦੀਕੀ ਸਾਡੀ ਕਿਸੇ ਦੀ ਵੀ ਰੱਬ ਦੇ ਨਾਲ ਨਹੀਂ ਹਾਲੇਲੂਇਆ ਹੁਣ ਜਿੰਨਾ ਪਾਪ ਵਧਿਆ ਹੋਇਆ ਆ ਬੜਾ ਮੁਸ਼ਕਲ ਹੈ ਉਨੀ ਨਜ਼ਦੀਕੀ ਪ੍ਰਾਪਤ ਕਰਨਾ ਤੇ ਸ਼ੈਤਾਨ ਨੂੰ ਬੜਾ ਸੌਖਾ ਆ ਸਾਨੂੰ ਗਿਰਾਉਣਾ ਹਾਲੇਲੂਇਆ ਪਰ ਫਿਰ ਵੀ ਪ੍ਰਭੂ ਦਾ ਧੰਨਵਾਦ ਹੋ ਸਾਨੂੰ ਪਰਮੇਸ਼ਰ ਨੇ ਆਪਣਾ ਪਵਿੱਤਰ ਆਤਮਾ ਸਾਡੇ ਵਿੱਚ ਭੇਜਿਆ ਹਾਲੇਲੂਇਆ ਤਾਂ ਕਿ ਅਸੀਂ ਕੀ ਕਰ ਸਕੀਏ ਚਾਹੀਏ ਤਾਂ ਜਿੱਤ ਹਾਸਲ ਕਰ ਸਕੀਏ ਸੋ ਤ੍ਰਿਏਕਤਾ ਮਤਲਬ ਯਾਨੀ ਕਿ ਪਰਮੇਸ਼ਰ ਕੀਆ ਪਿਤਾ ਪੁੱਤਰ ਔਰ ਪਵਿੱਤਰ ਆਤਮਾ ਹਾਲੇਲੂਇਆ ਉਹਦੇ ਵਿੱਚ ਅਸੀਂ ਵੀ ਕੀ ਹੋ ਗਏ ਆ ਸ਼ਾਮਲ ਹੋ ਗਏ ਦੂਸਰੇ ਸ਼ਬਦਾਂ ਵਿੱਚ ਪ੍ਰਭੂ ਕਹਿੰਦਾ ਆ ਵਚਨ ਕਹਿੰਦਾ ਹੈ ਯਿਸੂ ਮਸੀਹ ਪ੍ਰਭੂ ਆ ਪ੍ਰਭੂਆਂ ਦਾ ਪ੍ਰਭੂ ਆ ਅਸੀਂ ਸਾਰੇ ਕੀ ਆ ਪ੍ਰਭੂ ਅਸੀਂ ਸਾਰੇ ਕੀ ਆ ਪ੍ਰਭੂ ਯਿਸੂ ਮਸੀਹ ਕੀ ਆ ਪ੍ਰਭੂਆਂ ਦਾ ਪ੍ਰਭੂ ਅਸੀਂ ਸਾਰੇ ਰਾਜੇ ਆ ਯਿਸੂ ਮਸੀਹ ਕੀ ਆ ਰਾਜਾ ਦਾ ਹਾਲੇਲੂਇਆ 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 ਸਮਝੇ ਕੁਝ ਕਿ ਨਹੀਂ ਹਾਂਜੀ ਉਹਦੇ ਵਿੱਚ ਸਾਨੂੰ ਕੀ ਕਰ ਰਿਹਾ ਐਡ ਕਰ ਰਿਹਾ ਅਸੀਂ ਰਾਜਾਂ ਦਾ ਰਾਜਾ ਜਿਹੜਾ ਆ ਅਸੀਂ ਉਹਦੇ ਨਾਲ ਕੀ ਆ ਰਾਜੇ ਆ ਪ੍ਰਭੂ ਆ ਅਸੀਂ ਸਵਰਗ ਸਾਨੂੰ ਕੀ ਕਹਿੰਦਾ ਹੈ ਭਲਾ ਪ੍ਰਭੂ ਕਹਿੰਦਾ ਸਵਰਗ ਦੇ ਦੂਤ ਸਾਨੂੰ ਕੀ ਕਹਿੰਦੇ ਭਲਾ ਪ੍ਰਭੂ ਕਹਿੰਦੇ ਆ ਕਿਉਂਕਿ ਦੂਤਾਂ ਦੇ ਅੱਗੇ ਪ੍ਰਭੂ ਨੇ ਉਹਨਾਂ ਦੇ ਅੱਗੇ ਸਾਡਾ ਰੁਤਬਾ ਕੀ ਰੱਖਿਆ ਇਹ ਪ੍ਰਭੂ ਆ ਇਹਨਾਂ ਦੀ ਆਗਿਆਕਾਰੀ ਕਰਨੀ ਤੁਸੀਂ ਇਹਨਾਂ ਦੀ ਗੱਲ ਮੰਨਣੀ ਆ ਇਹਨਾਂ ਦੀ ਸੁਰੱਖਿਆ ਦੇ ਵਿੱਚ ਤੁਸੀਂ ਰਹਿਣਾ ਆ ਇਹਨਾਂ ਦੀ ਸੇਵਾ ਟਹਿਲ ਕਰਨੀ ਆ ਭਲੇ ਪਹਿਲੀ ਵੀ ਗਈ ਹਾਲੇਲੂਇਆ ਹਾਲੇਲੂਇਆ ਇਸ ਲਈ
ਤ੍ਰਿਏਕਤਾ ਦੇ ਵਿੱਚ ਸਾਨੂੰ ਕੀ ਕਰ ਲਿਆ? ਉਹਨੇ ਪਰਮੇਸ਼ਰ ਨੇ ਸਹਿਭਾਗੀ ਕਰ ਲਿਆ। ਯਹੋਨਾ 14:2 ਸੌਰੀ ਪਹਿਲਾ ਯਹੋਨਾ ਪਹਿਲਾ ਅਧਿਆਇ ਉਹਦੀ 3 ਹੈ, ਮਾਫ ਕਰਨਾ, ਪਹਿਲਾ ਯਹੋਨਾ ਪਹਿਲਾ ਅਧਿਆਇ ਉਹਦੀ 3 ਹੈ। ਤ੍ਰਿਏਕਤਾ ਦੇ ਵਿੱਚ ਸਾਨੂੰ ਸ਼ਾਮਿਲ ਕਰ ਲਿਆ। ਜਿਹਨੂੰ ਅਸੀਂ ਵੇਖਿਆ ਅਤੇ ਸੁਣਿਆ ਹੈ ਉਹਦਾ ਸਮਾਚਾਰ ਤੁਹਾਨੂੰ ਵੀ ਸੁਣਾਉਂਦੇ ਹਾਂ, ਭਈ ਤੁਹਾਡੀ ਵੀ ਸਾਡੇ ਨਾਲ ਸੰਗਤ ਹੋਵੇ ਅਤੇ ਸਾਡੀ ਜਿਹੜੀ ਸੰਗਤ ਹੈ ਉਹ ਪਿਤਾ ਦੇ ਨਾਲ ਅਤੇ ਉਹਦੇ ਪੁੱਤਰ ਯਿਸੂ ਮਸੀਹ ਦੇ ਨਾਲ। ਸਾਡੀ ਸੰਗਤ ਕਿਹਦੇ ਨਾਲ ਬਈ? ਪਿਤਾ ਦੇ ਨਾਲ ਤੇ ਉਹਦੇ ਪੁੱਤਰ ਯਿਸੂ ਦੇ ਨਾਲ ਆ। ਅਸੀਂ ਕਿਹੜੇ ਮਕਾਮਾਂ ਤੇ ਆ ਭਾਈ? हमारी सहभागिता हो। ਹਾਲੇਲੂਇਆ। ਕਿਸੇ ਦੂਤ ਦੀ ਸੰਗਤ ਥੋੜੀ ਹੈ ਪਰਮੇਸ਼ਰ ਦੇ ਨਾਲ। ਦੂਤ ਤਾਂ ਕਿਸੇ ਕੰਮ ਲਈ ਰੱਖੇ ਗਏ ਆ। ਹਾਲੇਲੂਇਆ। हालेलुया। ਪਰ ਸਾਨੂੰ ਰਾਜ ਸੌਂਪਿਆ ਗਿਆ, ਸਾਨੂੰ ਪ੍ਰਭੂਤਾ ਕੀ ਕੀਤੀ ਗਈ ਆ? ਸੌਂਪੀ ਗਈ ਹੈ। ਹਾਲੇਲੂਇਆ। ਸਾਨੂੰ ਅਧਿਕਾਰ ਕੀ ਕੀਤਾ ਗਿਆ ਹੈ? ਸੌਂਪਿਆ ਗਿਆ। ਆਦਮ ਨੂੰ ਧਰਤੀ ਵਿੱਚ ਅਸਲ ਚ ਜਦੋਂ ਬਣਾਇਆ ਸੀ, ਧਰਤੀ ਦਾ ਪਰਮੇਸ਼ਰ ਬਣਾਇਆ ਸੀ, ਧਰਤੀ ਦਾ ਪ੍ਰਭੂ ਬਣਾਇਆ ਸੀ ਉਹਨੂੰ। अधिकार दिता सी। ਧਰਤੀ ਦਾ ਅਧਿਕਾਰ ਸੀ ਉਹਦੇ ਕੋਲ। ਆਸਮਾਨ ਦੇ ਸਾਰੇ ਉੜਦੇ ਪਰਿੰਦਿਆਂ ਤੇ ਔਰ ਧਰਤੀ ਤੇ ਰਹਿਣ ਵਾਲੇ ਸਾਰੇ ਜੀਵਾਂ ਤੇ, ਸਮੁੰਦਰ ਦੇ ਸਾਰੇ ਜੀਵਾਂ ਸਾਰੇ ਤੇ ਉਹਨੂੰ ਕੀ ਸੀਗਾ? ਅਧਿਕਾਰ ਸੀਗਾ। ਪ੍ਰਭੂ ਸੀ, ਪ੍ਰਭੂਤਾ ਦਿੱਤੀ ਸੀ। ਹਾਲੇਲੂਇਆ। ਸੋ ਇਹ ਪ੍ਰਭੂਤਾ ਸਾਨੂੰ ਆਸਮਾਨ ਦੇ ਵਿੱਚ ਪਰਮੇਸ਼ਰ ਆਉਣ ਵਾਲੇ ਦਿਨਾਂ ਵਿੱਚ ਦੇਣ ਜਾ ਰਿਹਾ ਹੈ। ਹਾਲੇਲੂਇਆ। हालेलुया। ਹਾਂਜੀ। ਮਹਿਮਾ ਦੇ ਮਹਿਲ ਉਸ ਦੇ ਹੋ ਜਾਂਦੇ ਹਨ। ਮਹਿਮਾ ਦੇ ਮਹਿਲ ਉਸ ਦੇ ਹੋ ਜਾਂਦੇ ਹਨ। ਹਾਲੇਲੂਇਆ। ਮਹਿਮਾ ਦੇ ਮਹਿਲ ਉਸ ਦੇ ਹੋ ਜਾਂਦੇ। ਕਿਹਦੇ ਹੋ ਜਾਂਦੇ ਵੀ? ਜਿਹੜਾ ਪਰਮੇਸ਼ਰ ਦੇ ਵੱਲ ਮੁੜਦਾ ਹੈ। ਤੁਸੀਂ ਇੱਥੇ ਹੀ ਰਹਿਣਾ ਬਸ। ਜੇ ਇੱਥੇ ਰਹੋਗੇ ਨਾ ਤੇ ਤੁਹਾਨੂੰ ਗੱਲ ਸਮਝ ਆਈ ਜਾਣੀ। ਹੁਣ ਮੈਂ ਕੱਲੀ ਗੱਲ ਨੂੰ ਇਦਾਂ ਰੱਖ ਲਵਾਂ, ਤੁਹਾਨੂੰ ਪਤਾ ਲੱਗੇ ਕਿ ਉਸ ਦੇ ਹੋ ਜਾਂਦੀ ਕੀ ਗੱਲ ਹੈ। ਕਿਸ ਦੇ ਹੋ ਜਾਂਦੇ ਭਲਾ? ਜੇ ਤੁਸੀਂ ਮੁੜੇ ਆ ਤੇ ਫਿਰ ਕੀ ਹੋ ਗਿਆ? ਤੁਹਾਡੇ ਮਹਿਲ ਹੋ ਗਏ ਮਹਿਮਾ ਦੀ। ਇੱਥੇ ਗਾਰੇ ਇੱਥੇ ਪੱਥਰਾਂ ਦੇ ਮਹਿਲਾਂ ਵਿੱਚ ਐਵੇਂ ਟੱਕਰਾਂ ਨਾ ਮਾਰੀਓ। ਹਾਲੇਲੂਇਆ। ਐਵੇਂ ਨਾ ਉਦਾਸ ਹੋਈ ਜੋ ਪਿਓ ਨੇ ਮੈਨੂੰ ਥੋੜਾ ਜਿਹਾ 2 ਫੁੱਟ ਘੱਟ ਦੇ ਦਿੱਤਾ ਆ, ਫਲਾਣੇ ਜ਼ਿਆਦਾ ਦੇ ਦਿੱਤਾ ਆ, ਮੈਨੂੰ ਦਿੱਤਾ ਨਹੀਂ, ਮੈਨੂੰ ਘਰੋਂ ਕੱਢਤਾ। ਹਾਲੇਲੂਇਆ। ਇੱਥੋਂ ਅਸੀਂ ਕੱਢੇ ਹੀ ਜਾਣਾ ਹੈ ਕਿਸੇ ਨੂੰ। ਹਾਲੇਲੂਇਆ। ਕਿਉਂਕਿ ਸਾਡਾ ਅਸਲੀ ਟਿਕਾਣਾ ਇਹ ਹੈਗਾ ਹੀ ਨਹੀਂ। ਸਾਡਾ ਅਸਲ ਟਿਕਾਣਾ ਕੀ ਆ? ਸਵਰਗ ਦੇ ਵਿੱਚ। ਇਸ ਲਈ ਸਾਡੇ खुदा दे दास ने, सारे सीनियर दास ने लिखा सीगा गीत, महिमा का महल तैयार हो रहा है, महिमा की दुल्हन को लेने आ रहा है। की करने? महिमा का महल ते महिमा की दुल्हन की करने लेने आ रहा है। ਇਹਦਾ ਮਤਲਬ ਉਸ ਮਹਿਮਾ ਦੇ ਮਹਿਲ ਦੇ ਵਿੱਚ ਦੁਲਹਨ ਵੀ ਕਿਹੜੀ ਰਹਿਣੀ ਆ? ਲਹੂ ਮਾਸ ਵਾਲੀ, ਮਹਿਮਾ ਵਾਲੀ, ਜਲਾਲੀ, ਆਤਮਕ, ਰੂਹਾਨੀ। ਹਾਲੇਲੂਇਆ। ਜਿਹਨੇ ਇਸ ਪੰਨੀ ਦੇ ਵਿੱਚ ਅੰਦਰਲੇ ਆਤਮਾ ਪ੍ਰਾਣ ਜਿਹੜਾ ਕੀਮਤੀ ਚੀਜ਼ ਹੈ, ਜਿਹਨੇ ਇਹਨੂੰ ਸੰਭਾਲ ਲਿਆ। ਹਾਲੇਲੂਇਆ। ਉਹਦਾ ਹੀ ਆਤਮਾ ਪ੍ਰਾਣ ਜਲਾਲੀ ਹੋਣਾ ਆ। ਹਾਲੇਲੂਇਆ। ਬਾਕੀ ਨਾਸ਼ ਲਈ ਸਿੱਟ ਦਿੱਤੇ ਜਾਣੇ ਆ। ਹਾਲੇਲੂਇਆ। ਉਹਦੇ ਆਤਮਾ ਨੂੰ ਜਲਾਲ ਮਿਲਣਾ, ਯਾਨੀ ਕਿ ਉੱਥੇ ਸਾਡੇ ਅੰਗ ਅੰਗ ਦੇ ਵਿੱਚ ਰੋਸ਼ਨੀ ਹੋਣੀ। ਹਾਲੇਲੂਇਆ। ਮਹਿਮਾ ਮਤਲਬ ਜਲਾਲ, ਜਲਾਲ ਮਤਲਬ ਰੋਸ਼ਨੀ। ਹਾਲੇਲੂਇਆ। ਅੰਗ ਅੰਗ ਚ ਕੀ ਹੋਣੀ ਆ? ਰੋਸ਼ਨੀ। ਉੱਥੇ ਕਿਸੇ ਪਾਰਲਰ ਤੇ ਜਾਣ ਦੀ ਲੋੜ ਨਹੀਂ। ਪਾਰਲਰ ਵਾਲਾ ਜੇ ਕਿਸੇ ਕੋਲ ਜਾਓਗੇ ਨਾ, ਪਾਰਲਰ ਵਾਲੇ ਦੇ ਹੱਥ ਹੀ ਸੜ ਜਾਣੇ। ਉਹ ਇੰਨੀ ਹੱਥ। ਹਾਲੇਲੂਇਆ। ਹੁਣ ਤਾਂ ਪਾਰਲਰ ਵਾਲਿਆਂ ਕੋਲ ਸ਼ੋਅ ਕਢਾਉਂਦੇ ਨਾ। ਹਾਲੇਲੂਇਆ। ਇਸ ਮਿੱਟੀ ਦੀ ਬਸ ਜਿਹੜਾ ਅੰਦਰਲਾ ਆਤਮਾ ਪ੍ਰਾਣ ਹੈ, ਇਹਦੇ ਲਈ ਖੁਦਾ ਨੇ ਇੱਕ ਆਤਮਿਕ ਪਾਰਲਰ ਇੱਥੇ ਰੱਖਿਆ ਪਿਆ, ਜਿਹਦੇ ਚੋਂ ਆਤਮਿਕ ਦੁਲਹਨ ਕੀ ਹੋ ਰਹੀ ਆ? ਸਾਡੇ ਚੋਂ ਦੇਖ ਲਓ, ਜਿਹੜਾ ਜੀਵਨ ਬਦਲਦਾ ਜਾ ਰਿਹਾ, ਜਿਹਦੇ ਵਿਚਾਰ ਬਦਲਦੇ ਜਾ ਰਹੇ, ਜਿਹਦੇ ਚ ਤਿਆਗ ਦੀ ਭਾਵਨਾ ਆ ਰਹੀ, ਜਿਹਦੇ ਚ ਮਸੀਹ ਦਾ ਮਨ ਜੁੜਦਾ ਜਾ ਰਿਹਾ, ਸਮਝ ਲਓ ਉਹਦੇ ਚ ਉਹ ਆਤਮਿਕ ਪਾਰਲਰ ਚ ਬੈਠ ਚੁੱਕਾ। ਹਾਲੇਲੂਇਆ। ਹਾਲੇਲੂਇਆ। ਸੋ ਦਿਨ ਪ੍ਰਤੀ ਦਿਨ ਉਹਦੇ ਅੰਗ ਕੀ ਹੁੰਦੇ ਜਾ ਰਹੇ ਆ? ਜਲਾਲੀ ਹੁੰਦੇ ਜਾ ਰਹੇ। ਹਾਲੇਲੂਇਆ। ਜੇ ਯਿਸੂ ਆਊਗਾ, ਜੇ ਯਿਸੂ ਦੇ ਆਉਣ ਤੋਂ ਪਹਿਲਾਂ ਅਸੀਂ ਮਰ ਗਏ ਤੇ ਇਹ ਜਲਾਲੀ ਜਿਹੜੀ ਬੋਡੀ ਆ, ਇਹ ਕਿੱਥੇ ਚਲ ਜਾਣੀ ਆ? ਸਵਰਗ ਦੇ ਵਿੱਚ ਆਰਾਮ ਦੀ ਜਗ੍ਹਾ ਤੇ ਚਲ ਜਾਣੀ। ਹਾਲੇਲੂਇਆ।
ਤੇ ਜੇ ਯਿਸੂ ਮਸੀਹ ਹੁਣ ਆ ਜਾਂਦਾ ਸਾਡੇ ਜੀਂਦਿਆਂ ਤੇ ਆ ਜਾਂਦਾ ਆ ਤੇ ਇਹ ਜਲਾਲੀ ਬਦਲ ਨੇ ਕੀ ਕਰਨਾ ਆ ਬਦਲ ਜਾਣਾ। ਹਾਲੇਲੂਇਆ। ਇਹ ਜਲਾਲੀ ਵਿੱਚੋਂ ਨਿਕਲਣਾ, ਉੱਪਰਲਾ ਖੋਲ ਕੇ ਆਣਾ, ਟੱਟ ਜਾਣਾ, ਲੈ ਕੇ ਜਾਣਾ। ਹਾਲੇਲੂਇਆ। ਇਸ ਲਈ ਅਸੀਂ ਉਹਦੇ ਵਿੱਚ ਕੀ ਆ ਮਹਿਮਾ ਦੇ ਮਹਿਲ ਸਾਡੇ ਲਈ ਕੀ ਕੀਤਾ ਜਾ ਰਿਹਾ ਹੈ ਤਿਆਰ ਕੀਤਾ ਜਾ ਰਿਹਾ। ਜਿਹੜਾ ਉਹਦੇ ਵੱਲ ਨੂੰ ਫਿਰਦਾ ਆ ਮਹਿਮਾ ਦਾ ਮਹਿਲ ਹੈ, ਜਲਾਲ ਦਾ ਮਹਿਲ ਹੈ। ਉਸ ਮਹਿਮਾ ਦੇ ਮਹਿਲ ਵਿੱਚ ਲੱਗੀ ਹੋਈ ਇੱਕ ਇੱਟ ਸਾਰਾ ਜਹਾਨ ਦੇ ਦਿੱਤਾ ਜਾਵੇ, ਸਾਰੇ ਗ੍ਰਹਿ ਕੋਈ ਵੇਚ ਦੇਵੇ, ਸੂਰਜ ਨੂੰ ਵੀ ਵੇਚ ਦੇਵੇ, ਚੰਦਰਮਾ ਨੂੰ ਵੇਚ ਦੇਵੇ, ਪੂਰੀ ਗੈਲੈਕਸੀਆਂ ਨੂੰ ਵੇਚ ਦੇਵੇ, ਇੱਕ ਇੱਟ ਦੀ ਕੀਮਤ ਨਹੀਂ ਉਹ ਦੇ ਸਕਦਾ। ਉਸ ਜਲਾਲੀ ਇੱਟ ਜਿਹੜਾ ਮਹਿਲ ਉੱਥੇ ਬਣ ਰਿਹਾ। ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ। ਬਾਕੀ ਸਭ ਕੁਝ ਕੀਆ ਨਾਸ਼ਵਾਨ। ਇੱਥੇ ਜਿਹੜਾ ਅਸੀਂ ਅੰਦਰੋਂ ਤਿਆਰ ਕੀਤੇ ਜਾ ਰਹੇ ਹਾਂ ਉਹ ਹੀ ਅਵਿਨਾਸ਼ੀ ਆ, ਉਹ ਹੀ ਅਵਿਨਾਸ਼ੀ ਆ। ਇਹ ਮੰਨ ਕੇ ਅਸੀਂ ਦਿਨ ਪ੍ਰਤੀ ਦਿਨ ਆਪਣੀਆਂ ਕਮੀਆਂ ਨੂੰ ਕੀ ਕਰਦੇ ਜਾਣਾ ਆ ਛੱਡਦੇ ਜਾਣਾ ਹੈ। ਹਾਲੇਲੂਇਆ। ਕਿਉਂਕਿ ਇਹ ਜਿਹੜਾ ਮੁਕਾਬਲਾ ਸਾਡੀ ਰੋਜ਼ ਦੀ ਲੜਾਈ ਆ, ਸਾਨੂੰ ਰੋਜ਼ ਮਰਨਾ ਪੈਂਦਾ ਆ। ਪਲੂਸ ਕਹਿੰਦਾ ਮੈਂ ਰੋਜ਼ ਆਪਣੇ ਆਪ ਨੂੰ ਕੀ ਕਰਦਾ ਆ ਮਾਰਦਾ ਕੁੱਟਦਾ। ਕੀ ਕਰਦਾ ਪੈਣਾ ਮਾਰਦਾ ਆ ਕੁੱਟਦਾ ਆ। ਹਾਲੇਲੂਇਆ। ਆਪਣੇ ਆਪ ਨੂੰ ਮਾਰਦਾ ਕੁੱਟਦਾ ਹੈ। ਜੋ ਵੀ ਸੰਸਾਰ ਨਾਲ ਮਿਲਣ ਵਾਲੀ ਗੱਲ ਮੇਰੇ ਚ ਪੈਦਾ ਹੁੰਦੀ, ਸੰਸਾਰ ਦੀ ਅਭਿਲਾਸ਼ਾ ਮੇਰੇ ਚ ਪੈਦਾ ਹੁੰਦੀ, ਮੈਂ ਉਹਨੂੰ ਨਹੀਂ ਕਰਨਾ। ਜਦੋਂ ਮੈਂ ਉਹਨੂੰ ਨਹੀਂ ਕਰਦਾ ਸਮਝ ਲਓ ਅੱਜ ਦੇ ਦਿਨ ਦੇ ਵਿੱਚ ਮੈਂ ਇਹਨੂੰ ਕੀ ਕੀਤਾ ਮਾਰਿਆ ਆ। ਹਾਂ ਹਾਲੇਲੂਇਆ। ਮਾਰਦੇ ਕੁੱਟਦੇ ਅਭਿਲਾਸ਼ਾ ਇੱਕ ਦਿਨ ਕੀ ਹੁੰਦੀ ਜਾਂਦੀ ਆ ਉਹ ਮੁੱਕਦੀ ਮਰਦੀ ਜਾਂਦੀ ਆ ਤੇ ਅੰਦਰਲਾ ਕੀ ਹੁੰਦਾ ਰਹਿੰਦਾ ਆ ਤਿਆਰ ਹੁੰਦਾ ਰਹਿੰਦਾ ਆ। ਹਾਲੇਲੂਇਆ ਹਾਲੇਲੂਇਆ। ਆਪਾਂ ਸਾਰੇ ਜਾਣਦੇ ਪਾਰਲਰ 'ਚ ਜਦੋਂ ਦੁਲਹਨ ਨੂੰ ਤਿਆਰ ਕੀਤਾ ਜਾਂਦਾ ਅੰਗ ਤਿਆਰ ਕੀਤਾ ਜਾਂਦਾ ਕਿ ਏਦਾਂ ਪਾਰਲਰ ਆਇਆ ਹਾਂ ਇਹ ਹੱਥ ਫੇਰਿਆ ਤੇ ਤਿਆਰ ਹੋ ਗਈ ਦੁਲਹਨ ਹੋ ਜਾਂਦਾ ਹਨਾ। ਉਹਦੀ ਪੈਡੀ ਕੇਅਰ ਤੋਂ ਲੈ ਕੇ ਪਤਾ ਨਹੀਂ ਕਿਹੜੀ ਕੇਅਰ ਕੀ ਕੁਝ ਕਰਕੇ ਸਾਰਾ ਪੈਰਾਂ ਤੋਂ ਲੈ ਕੇ ਤਲੀਆਂ ਤੋਂ ਲੈ ਕੇ ਸਿਰ ਤੱਕ ਨੂੰ ਕੀ ਕੀਤਾ ਜਾਂਦਾ ਹੈ ਤਿਆਰ ਕੀਤਾ ਜਾਂਦਾ। ਔਰ ਹਰ ਅੰਗ ਲਈ ਕੀ ਪਹਿਨਾਉਣਾ ਆ, ਕਿੱਦਾਂ ਦੇ ਜੀਵਰ ਪਹਿਨਾਉਣੇ, ਕਿੱਦਾਂ ਦਾ ਤਾਜ ਪਹਿਨਾਉਣਾ ਆ, ਕਿੱਦਾਂ ਦੀ ਜੁੱਤੀ, ਉਹ ਸਾਰਾ ਕੀ ਕੀਤਾ ਜਾਂਦਾ ਆ ਉਹ ਪਾਰਲਰ ਵਾਲੀ ਦੀ ਜ਼ਿੰਮੇਵਾਰੀ ਹੁੰਦੀ। ਹਾਲੇਲੂਇਆ। ਲਿਆ ਕੇ ਉਹਨਾਂ ਨੂੰ ਭਾਵੇਂ ਕੋਈ ਦਵੇ ਪਰ ਉਹ ਪਾਉਣਾ ਕਿਹਨੇ ਆ ਪਾਰਲਰ ਵਾਲੀ ਨੇ ਸੈਟਿੰਗ ਕਰਕੇ ਪਾਉਣਾ ਹੈ। ਹਾਲੇਲੂਇਆ। ਜੁੱਤੀ ਪਾ ਕੇ ਤੁਰਨਾ ਕਿੱਦਾਂ ਆ ਉਹ ਵੀ ਕਿਹਨੇ ਦੱਸਣਾ ਆ ਪਾਰਲਰ ਵਾਲੇ ਨੇ। ਇਹ ਮੈਂ ਹਾਈ ਫਾਈ ਪਾਰਲਰ ਦੀ ਗੱਲ ਦੱਸਦਾ, ਜਿਹੜੇ ਆਪਣੇ ਜਿਹੜੇ ਅਭੀ 25,000 ਚ ਕਰਦੇ ਉਹਨਾਂ ਦੀ ਵੀ ਗੱਲ ਕਰਦਾ। ਉਹਨਾਂ ਦਾ ਰੇਟ ਵੀ 10-10 ਲੱਖ ਰੁਪਏ ਹੁੰਦਾ। ਹਾਲੇਲੂਇਆ। ਧਰਤੀ ਤੇ ਇਦਾਂ ਦੇ ਪਾਰਲਰ ਵੀ ਹੈਗੇ ਆ, ਕਰੋੜ ਰੁਪਇਆ ਉਹਨਾਂ ਦਾ ਰੇਟ ਆ ਦੁਲਹਨ ਤਿਆਰ ਕਰਨ ਦਾ। ਹਾਲੇਲੂਇਆ। ਐਸ਼ਵਰਿਆ ਰਾਏ ਨੇ ਪਤਾ ਨਹੀਂ ਜਿਹੜੀ ਵਰਦੀ ਜੀ ਪਾਈ ਸੀ ਨਾ ਉਹ ਪਤਾ ਨਹੀਂ ਕਿੰਨੇ ਕਰੋੜ ਦੀ ਸੀ, ਹੀਰੇ ਲੱਗੇ ਸੀ ਉਹਦੇ। ਹਾਲੇਲੂਇਆ। ਸੋ ਇੱਥੇ ਜਿਹੜੀ ਮਰਜ਼ੀ ਤੁਸੀਂ ਦੁਲਹਨ ਲਾ ਲਓ, ਕਿਸੇ ਰਾਜੇ ਦੀ ਰਾਣੀ ਲਾ ਲਓ, ਕਿੱਡੀ ਤਿਆਰ ਹੋਈ ਆ, ਉਹ ਸਾਡੇ ਪੈਰਾਂ ਦੀ ਧੂੜ ਵੀ ਨਹੀਂ ਹੋ ਸਕਦੀ ਜਿਹੜਾ ਪ੍ਰਭੂ ਸਾਨੂੰ ਤਿਆਰ ਕਰੇ। ਹਾਲੇਲੂਇਆ ਹਾਲੇਲੂਇਆ। ਇਸ ਲਈ ਉਹਨੇ ਕੀ ਕਰਨਾ ਆ ਟਾਈਮ ਲੈ ਕੇ ਹਰ ਅੰਗ ਨੂੰ ਕੀ ਕਰਨਾ ਹੈ ਤਿਆਰ ਕਰਨਾ। ਹਰ ਅੰਗ ਦੇ ਵਿੱਚ ਮੈਲ, ਮਹਿਮਾ ਦਾ ਮਹਿਲ ਜਿਹੜਾ ਤਿਆਰ ਕੀਤਾ ਜਾ ਰਿਹਾ ਆ ਉਹ ਯਿਸੂ ਮਸੀਹ ਕਰ ਰਿਹਾ ਤਿਆਰ। ਤੇ ਉਹਦੇ ਬਾਰੇ ਵਚਨ ਕੀ ਦੱਸਦਾ ਆ ਯੋਹੰਨਾ ਦੀ ਇੰਜੀਲ 14 ਅਧਿਆਏ ਉਹਦੀ 2 ਆਇਤ। ਦੋ ਗੱਲਾਂ ਹੋ ਗਈਆਂ ਨਾ ਅੱਜ ਦੀਆਂ, ਦੋ ਤੋਂ ਬਾਅਦ ਨਹੀਂ ਤੁਹਾਨੂੰ ਦੱਸਣੀਆਂ। ਹਾਂ 14 ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਨਿਵਾਸ ਹਨ। ਹਾਂਜੀ। ਨਹੀਂ ਤਾਂ ਮੈਂ ਤੁਹਾਨੂੰ ਕਹਿੰਦਾ ਮੇਰੇ ਪਿਤਾ ਦੇ ਘਰ ਦੇ ਵਿੱਚ ਘਰ ਕੋਈ ਆ। ਮੇਰੇ ਪਿਤਾ ਦੇ ਘਰ ਵਾਧੂ ਨਹੀਂ, ਬਹੁਤੇ ਨਹੀਂ, ਕਿੰਨੇ ਆ ਤੇ ਪਰ ਸਥਾਨ ਵਿੱਚ ਕਿੰਨੇ ਆ ਬਹੁਤ ਸਾਰੇ ਆ ਘਰ ਵੀ। ਹਾਲੇਲੂਇਆ। ਤੇ ਜਿਹੜਾ ਹੋਟਲ ਤਾਜ ਹੈ ਨਾ ਉਹ ਇੱਕੋ ਹੀ ਆ, ਪਰ ਉਹਦੇ ਚ ਸ਼ਾਹੀ ਰੂਮ ਜਿਹੜੇ ਨਾ ਜਾਂ ਜਿਹੜੇ ਫਲੈਟ ਟਾਈਪ ਆ ਉਹ ਸਾਰਾ ਕੁਝ ਉਹਦੇ ਵਿੱਚ ਹੁੰਦਾ ਆ, ਉਹ ਬਹੁਤ ਹੈ। ਹਾਲੇਲੂਇਆ। ਸੋ ਮੈਂ ਅਮਰੀਕਾ ਦੇ ਵਿੱਚ ਜੋ ਇੰਪਾਇਰ ਸਟੇਟ ਜਿਹੜੀ ਬਿਲਡਿੰਗ ਆ, ਜਿਹੜੀ ਵਰਲਡ ਟ੍ਰੇਡ ਸੈਂਟਰ ਜਿਹੜੀਆਂ ਡਿੱਗੀਆਂ ਸੀ ਬਿਲਡਿੰਗਾਂ, ਉਹਦੇ ਤੋਂ ਥੋੜਾ ਹਟ ਕੇ ਆ ਉਹ ਸਭ ਤੋਂ ਪਹਿਲਾਂ ਬਣੀ ਸੀ। ਉਹ ਸਭ ਤੋਂ ਜ਼ਬਰਦਸਤ ਹਾਈ-ਫਾਈ ਸਭ ਤੋਂ ਪਹਿਲਾਂ ਉਹੀ ਮੰਨੀ ਜਾਂਦੀ ਸੀ। ਸੋ ਮੈਨੂੰ ਉਹਦੇ ਅੰਦਰ ਜਾਣ ਦਾ ਮੌਕਾ ਮਿਲਿਆ। ਉਹਦੀ ਐਂਟਰੀ ਹੀ ਇੰਨੀ ਜ਼ਬਰਦਸਤ ਆ ਜਿੱਦਾਂ ਪਤਾ ਨਹੀਂ ਕਿੱਡੇ ਜ਼ਬਰਦਸਤ ਰਾਜੇ ਦਾ ਉਹ ਮਹਿਲ ਹੈ। ਹਾਲੇਲੂਇਆ। ਤੇ ਉਹਦੇ ਵਿੱਚ ਜਿਹੜੇ ਫਲੈਟ ਆ ਉਹ ਉਹਨਾਂ ਦਾ ਤਾਂ ਕਹਿਣਾ ਕੀ ਆ, ਵੱਖਰੇ ਵੱਖਰੇ। ਹਾਲੇਲੂਇਆ। ਸੋ ਧਰਤੀ ਤੇ ਜਿੱਦਾਂ ਅਸੀਂ ਇੱਕ ਮੰਨ ਲਓ ਕੰਪਲੈਕਸ ਜਾਂ ਇੱਕ ਸਮਝੋ ਬਿਲਡਿੰਗ ਜਿਹੜੀ ਆ ਉਹ ਇੱਕ ਹੀ ਹੁੰਦੀ, ਪਰ ਉਹਦੇ ਚ ਪੋਰਸ਼ਨ ਬਹੁਤ ਅਲੱਗ ਹੁੰਦੇ ਆ। ਇਦਾਂ ਹੀ ਆ ਪਰਮੇਸ਼ਰ ਕਹਿੰਦਾ ਮੇਰੇ ਪਿਤਾ ਦੇ ਘਰ ਦੇ ਵਿੱਚ ਮੇਰੇ
ਘਰ ਵਿੱਚ ਬਹੁਤ ਸਾਰੇ ਨਿਵਾਸ ਬਹੁਤ ਸਾਰੇ ਨਿਵਾਸ ਹਨ, ਰਹਿਣ ਦੇ ਸਥਾਨ ਹਨ ਪਿਤਾ ਦੇ ਘਰ ਦੇ ਵਿੱਚ। ਹਾਂ ਨਹੀਂ ਤਾਂ ਮੈਂ ਤੁਹਾਨੂੰ ਕਹਿੰਦਾ ਹਾਂ, ਜੇ ਨਾ ਆਉਂਦੇ ਤਾਂ ਮੈਂ ਤੁਹਾਨੂੰ ਦੱਸ ਦਿੰਦਾ, ਉਹ ਹੈਗੇ ਆ। ਹਾਂ ਕਿਉਂ ਜੋ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾਂਦਾ ਹਾਂ, ਤੁਹਾਡੇ ਲਈ ਮੈਂ ਕੀ ਕਰਨ ਜਾ ਰਿਹਾ ਭਲਾ? ਸਥਾਨ ਬਹੁਤ ਆ, ਹੁਣ ਜਗ੍ਹਾ ਤੁਹਾਡੇ ਲਈ ਕੀ ਕਰਨੀ ਆ ਬਈ? ਤਿਆਰ ਕਰਨੀ ਆ। ਹਾਲੇਲੂਇਆ। ਮਨ ਸਾਡੇ ਘਰ ਦੇ ਵਿੱਚ 3 ਰੂਮ ਆ ਨਾ, ਕੋਈ ਆ ਰਿਹਾ ਸਾਡੇ ਕੋਲ, ਕਹਿੰਦੇ ਭਾਜੀ ਤੁਹਾਡੇ ਕੋਲ ਰਾਤ ਰਹਿਣਾ ਹੈ, ਅਸੀਂ ਕੀ ਕਰਾਂਗੇ ਉਹਦੇ ਲਈ? ਕੀ ਕਰਾਂਗੇ? ਹਾਂ ਉੱਥੇ ਕੀ ਕਰਾਂਗੇ? ਤਿਆਰੀ ਕੀ ਕਰਾਂਗੇ? ਮੈਂ ਮਕਾਨ ਤਾਂ ਬਣਿਆ ਪਿਆ ਹਨਾ, ਉੱਥੇ ਕਿੱਦਾਂ ਚਾਦਰ ਵਿਛਾਉਣੀ, ਕਿੱਦਾਂ ਸਰਾਣਾ ਰੱਖਣਾ, ਕਿੱਦਾਂ ਉੱਥੇ ਟੈਲੀਵਿਜ਼ਨ ਸੈੱਟ ਕਰਨਾ, ਕਿੱਦਾਂ ਕੀ ਹਿਸਾਬ ਦਾ ਜੋ ਵੀ ਉੱਥੇ ਉਹ ਜਿਹੜੇ ਜਵਾਲ ਬੁਲ ਪਾਉਂਦੇ ਕੀ ਕਹਿੰਦੇ ਸ਼ੋਅ ਵੇਚਦੇ, ਡਰੈਸਿੰਗ ਟੇਬਲ। ਹਾਲੇਲੂਇਆ। ਸੋ ਜੋ ਕੁਝ ਵੀ ਸਾਡੇ ਰੂਮ ਦੇ ਹਿਸਾਬ ਨਾਲ ਉਹਦੇ ਚ ਹੋ ਸਕਦਾ ਸੀ, ਵੱਧ ਤੋਂ ਵੱਧ ਆਪਣੇ ਉਸ ਪਿਆਰੇ ਦੇ ਲਈ ਕਰਦੇ। ਭਾਈ ਸਾਡਾ ਬੜਾ ਪ੍ਰੇਮੀ ਆ, ਤੇ ਸਾਡੇ ਕੋਲ ਆ ਰਿਹਾ ਵਧੀਆ ਤਰੀਕੇ ਨਾਲ, ਸਾਫ਼ ਸੁਥਰਾ ਚਾਦਰ ਵਗੈਰਾ ਸਭ ਕੁਝ ਅਸੀਂ ਕੀ ਕਰਾਂਗੇ? ਕੋਸ਼ਿਸ਼ ਕਰਾਂਗੇ ਨਵੀਂ ਤੋਂ ਨਵਾਂ, ਵਧੀਆ ਤੋਂ ਵਧੀਆ। ਸੋ ਉੱਥੇ ਤਾਂ ਦੁਲਹਨ ਜਾ ਰਹੀ, ਉਹਨੇ ਦੂਤਾਂ ਨੂੰ ਜ਼ਿੰਮੇਵਾਰੀ ਨਹੀਂ ਦਿੱਤੀ ਆਪਣੇ ਰੂਮ ਨੂੰ ਤਿਆਰ ਕਰਨ ਦੀ, ਜਿੱਥੇ ਦੁਲਹਨ ਹੋਣੀ। ਕਿੱਦਾਂ ਕਰ ਰਿਹਾ ਭਲਾ? ਆਪ ਤਿਆਰ ਕਰ ਰਿਹਾ। ਹਾਲੇਲੂਇਆ। ਆਪ ਹੀ ਸਾਨੂੰ ਲਹੂ ਦੇ ਨਾਲ ਧੋ ਕੇ ਗਿਆ। ਹਾਲੇਲੂਇਆ। ਆਪ ਹੀ ਸਾਡੇ ਲਈ ਕੀ ਦਿੱਤੀ ਹੈ ਭਲਾ? ਜਾਨ ਦਿੱਤੀ ਹੈ। ਆਪ ਹੀ ਸਾਡੀ ਨਿੰਦਾ ਨੂੰ ਕੀ ਕਰ ਲਿਆ ਆ? ਸਹਿ ਲਿਆ। ਹਾਲੇਲੂਇਆ। ਉਹ ਆਪ ਹੀ ਸਾਰੇ ਕੰਮ ਕਰ ਰਿਹਾ। ਇਹ ਹੈਗੇ ਯਿਸੂ ਮਸੀਹ ਦੁਆਰਾ ਹੋਣ ਵਾਲੇ ਸਾਡੀ ਜ਼ਿੰਦਗੀ ਵਿੱਚ ਕੰਮ। ਹਾਲੇਲੂਇਆ। ਹਾਲੇਲੂਇਆ। ਸੋ ਜਦੋਂ ਇੰਨਾ ਕੁਝ ਕਰਦਾ ਤੇ ਆਪਾਂ ਨੂੰ ਕੁਝ ਵੀ ਨਹੀਂ ਕਰਨਾ ਪੈਣਾ ਹੈ। ਹਾਲੇਲੂਇਆ। ਇਸ ਲਈ ਮੈਂ ਕੁਝ ਲੋਕਾਂ ਨੂੰ ਦੱਸ ਰਿਹਾ ਕਿ ਧੰਨਵਾਦ ਕਰੋ। ਆਪਾਂ ਹੋਰ ਨਹੀਂ ਕੁਝ ਕਰ ਸਕਦੇ ਤੇ ਕੀ ਕਰੋ ਭਲਾ? ਧੰਨਵਾਦ। ਪ੍ਰਭੂ ਧੰਨਵਾਦ ਤੇਰੇ ਇਹਨਾਂ ਪਲਾਨਾਂ ਦੇ ਲਈ, ਧੰਨਵਾਦ ਤੇਰੀਆਂ ਇਹਨਾਂ ਯੋਜਨਾਵਾਂ ਦੇ ਲਈ, ਧੰਨਵਾਦ ਤੇਰੇ ਇਹਨਾਂ ਵਾਅਦਿਆਂ ਲਈ, ਧੰਨਵਾਦ ਤੇਰੀਆਂ ਸਭ ਨੀਤੀਆਂ ਲਈ, ਧੰਨਵਾਦ ਮੈਨੂੰ ਬੇਕਦਰੀ ਨੂੰ ਅਪਣਾਉਣ ਦੇ ਲਈ, ਧੰਨਵਾਦ ਮੈਨੂੰ ਪਾਪੀ ਨੂੰ ਮਾਫ ਕਰਕੇ ਆਪਣਾ ਬਣਾਉਣ ਦੇ ਲਈ, ਧੰਨਵਾਦ। ਜੋ ਮਰਜ਼ੀ ਤੁਹਾਡੇ ਮਨ ਚ ਪਾਊਗਾ, ਜਦੋਂ ਤੁਸੀਂ ਤਨੋਂ ਮਨੋਂ ਧੰਨਵਾਦ ਕਰਨ ਦਾ ਮਨ ਬਣਾਓਗੇ, ਪਰਮੇਸ਼ਰ ਤੁਹਾਡੇ ਮਨ ਚ ਬੜੀਆਂ ਧੰਨਵਾਦ ਕਰਨ ਦੀਆਂ ਗੱਲਾਂ ਪਾਊਗਾ। ਸਾਰਾ ਹੀ ਕਰਿਓ, ਜੋ ਵੀ ਪਾਊਗਾ ਕਰਿਓ, ਦਿਲ ਤੋਂ ਕਰਿਓ। ਦੇਖੋਗੇ ਕਿ ਅਭਿਸ਼ੇਕ ਹੁੰਦਾ ਤੇ ਪਵਿੱਤਰ ਆਤਮਾ ਦੇ ਦੁਆਰਾ ਜਿਹੜੀ ਗੈਰ ਜ਼ਬਾਨ ਮਿਲੀ ਆ, ਗੈਰ ਜ਼ਬਾਨ ਦਾ ਵੀ ਤਾਜ਼ਾ ਹੀ ਮਸਾ ਹੋਊਗਾ, ਜ਼ਮਾਨਾ ਵੀ ਚੇਂਜ ਹੋਣਗੀਆਂ। ਹਾਲੇਲੂਇਆ। ਆਓ ਅੱਖਾਂ ਬੰਦ ਕਰਕੇ ਪ੍ਰਾਰਥਨਾ ਕਰਦੇ ਹਾਂ। ਖੁਦਾਵੰ ਤੇਰੀ ਤਾਰੀਫ, ਤੇਰਾ ਧੰਨਵਾਦ ਹੋ ਅੱਜ ਦੇ ਦਿਨ ਦੇ ਵਾਸਤੇ, ਤੇਰੇ ਇਹਨਾਂ ਬੱਚਿਆਂ ਦੇ ਵਾਸਤੇ। ਪ੍ਰਭੂ ਜਦੋਂ ਤੂੰ ਬੜੀ ਬਰੀਕੀ ਦੇ ਨਾਲ ਉਹਨਾਂ ਨੂੰ ਸੱਜ ਕੇ ਤਿਆਰ ਕਰ ਰਿਹਾ, ਔਰ ਹਰ ਜੀਵਨ ਜੋ ਉਹਨਾਂ ਨੂੰ ਪਹਿਨਾਇਆ ਜਾ ਰਿਹਾ, ਹਰ ਮੇਕਅਪ ਜੋ ਉਹਨਾਂ ਦਾ ਕੀਤਾ ਜਾ ਰਿਹਾ ਪ੍ਰਭੂ, ਹਰ ਵਸਤਰ ਜੋ ਪਹਿਨਾਇਆ ਜਾਏ, ਬੜੇ ਖੁਦਾਵੰ ਤੂੰ ਧਿਆਨ ਦੇਣਾ ਪਾ ਰਹੇ ਹਾਂ, ਔਰ ਹਰ ਚੀਜ਼ ਉਹਨਾਂ ਦੇ ਉੱਤੇ ਪਹਿਨਾਉਣ ਤੋਂ ਪਹਿਲਾਂ ਉਹਨਾਂ ਨੂੰ ਸ਼ੁੱਧ ਕਰ ਰਹੇ ਆ। ਤੇਰਾ ਧੰਨਵਾਦ। ਜਿੰਨਾ ਤੂੰ ਧੋ ਦਿੱਤਾ ਉਹਦੇ ਲਈ ਧੰਨਵਾਦ, ਜਿੰਨਾ ਪਹਿਨਾ ਦਿੱਤਾ ਉਹਦੇ ਲਈ ਧੰਨਵਾਦ, ਜਿੰਨਾ ਦੇ ਦਿੱਤਾ ਉਹਦੇ ਲਈ ਧੰਨਵਾਦ, ਹਰ ਗੱਲ ਲਈ ਧੰਨਵਾਦ ਯਿਸੂ ਮਸੀਹ ਨਾਮ ਦੇ ਵਿੱਚ। ਆਮੀਨ। ਹੁਣ ਸਾਡੇ ਖੁਦਾਵੰਦ ਦਾ ਫਜ਼ਲ, ਬਾਪ ਦੀ ਮੁਹੱਬਤ, ਪਵਿੱਤਰ ਆਤਮਾ ਦੀ ਸਾਖਸ਼ਾਤ ਹੋਣ ਤੋਂ ਲੈ ਕੇ ਹਮੇਸ਼ਾ ਹਮੇਸ਼ਾ ਤੱਕ ਸਭ ਇਮਾਨਦਾਰਾਂ ਨੂੰ ਨਾਲ ਹੁੰਦੀ ਰਹੇ। ਆਮੀਨ। ਹਾਲੇਲੂਇਆ।